ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਵੌਇਸ ਆਫ ਸਿੱਖਪਨ ਟੀਵੀ ਤੇ ਸਵਾਗਤ ਹੈ। ਜਿਵੇਂ ਕਿ ਆਪ ਸਾਰੇ ਜਾਣਦੇ ਹੋ, ਪਿਛਲੇ 2 ਐਪੀਸੋਡਸ ਦੇ ਵਿੱਚ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਖਸੀਅਤ ਤੇ ਉਹਨਾਂ ਦੇ ਦਿੱਤੇ ਹੋਏ ਸਿਧਾਂਤਾਂ ਉੱਤੇ ਵਿਚਾਰ ਕਰ ਰਹੇ ਹਾਂ। ਅੱਜ ਦੇ ਐਪੀਸੋਡ ਵਿੱਚ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਾਜਿਕ ਪੱਧਰ ਉੱਤੇ ਕਿਹੜੀਆਂ ਦੇਣਾ ਇਸ ਸਮਾਜ ਨੂੰ ਦਿੱਤੀਆਂ ਤੇ ਕਿਵੇਂ ਸਮਾਜ ਨੂੰ ਚੰਗੀ ਰਾਹ ਉੱਤੇ ਤੋਰਿਆ। ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਿਰਫ ਧਾਰਮਿਕ, ਰਾਜਨੀਤਿਕ ਜਾਂ ਆਰਥਿਕ ਖੇਤਰ ਦੇ ਵਿੱਚ ਹੀ ਮਨੁੱਖ ਨੂੰ ਸੁਚੇਤ ਨਹੀਂ ਕੀਤਾ, ਬਲਕਿ ਸਮਾਜਿਕ ਖੇਤਰ ਦੇ ਵਿੱਚ ਵੀ ਮਨੁੱਖ ਨੂੰ ਚੰਗੇ ਗੁਣ ਅਪਣਾਉਣ ਲਈ ਕਿਹਾ ਹੈ। ਜੇਕਰ ਸਮਾਜ ਦੀ ਗੱਲ ਕਰੀਏ, ਕਿਉਂਕਿ ਸਮਾਜ ਨੂੰ ਜਾਣਨ ਦੇ ਲਈ ਸਮਾਜਿਕ ਹਾਲਾਤਾਂ ਦੇ ਬਾਰੇ ਜਾਣਨਾ ਜ਼ਰੂਰੀ ਹੈ। ਸਮਾਜ ਦੇ ਹਾਲਾਤ ਉਸ ਸਮੇਂ ਵੀ ਉਹੀ ਸਨ ਜੋ ਅੱਜ ਬਣੇ ਨੇ। ਤਦ ਵੀ ਇਨਸਾਨ ਗੁਲਾਮੀ ਤੇ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ ਤੇ ਅੱਜ ਵੀ ਇਨਸਾਨ ਉਹੀ ਲੜਾਈ ਲੜ ਰਿਹਾ ਹੈ। ਫਰਕ ਸਿਰਫ ਇਤਨਾ ਹੈ ਕਿ ਤੌਰ ਤਰੀਕੇ ਬਦਲੇ ਨੇ, ਗੁਲਾਮੀ ਦੇ ਤੇ ਆਜ਼ਾਦੀ ਦੇ। ਗੁਰੂ ਸਾਹਿਬ ਨੇ ਉਸ ਸਮੇਂ ਸਮਾਜਿਕ ਹਾਲਾਤਾਂ ਨੂੰ ਵੇਖਿਆ, ਕਿਉਂਕਿ ਜੇਕਰ ਅਸੀਂ ਧਾਰਮਿਕ ਖਿੱਤੇ ਦੀ ਗੱਲ ਕੀਤੀ ਤਾਂ ਉਸ ਦੇ ਵਿੱਚ ਇਹ ਚੀਜ਼ ਸਾਨੂੰ ਵੇਖਣ ਨੂੰ ਮਿਲੀ ਕਿ ਗੁਰੂ ਪਾਤਸ਼ਾਹ ਦੇ ਸਮੇਂ 2 ਪ੍ਰੋਮੀਨੈਂਟ ਧਰਮ ਸਮਾਜ ਦੇ ਅੰਦਰ ਸਨ, ਹਿੰਦੂ ਤੇ ਮੁਸਲਿਮ। ਪਰ ਉਹ ਦੋਨੋਂ ਧਰਮ ਦੇ ਅੰਦਰ ਵੀ ਵੰਡ ਵਰਨ ਸੀ। ਹਿੰਦੂ ਧਰਮ 4 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ, ਜੋ ਕਿ ਅੱਜ ਵੀ ਵੰਡਿਆ ਹੋਇਆ ਹੈ। ਹਿੰਦੂ ਧਰਮ ਦੀ ਗੱਲ ਕਰੀਏ ਤਾਂ ਹਿੰਦੂ ਧਰਮ ਬ੍ਰਾਹਮਣ, ਵੈਸ਼, ਸ਼ੂਦ, ਖੱਤਰੀ। ਮੁਸਲਿਮ ਧਰਮ 2 ਫਿਰਕਿਆਂ ਦੇ ਵਿੱਚ ਡਿਵਾਈਡ ਸੀ, ਸੁੰਨੀ ਤੇ ਸ਼ੀਹਾ। ਤੇ ਇਸੇ ਤਰ੍ਹਾਂ ਅੱਜ ਅਗਰ ਅਸੀਂ ਈਸਾਈਅਤ ਧਰਮ ਦੀ ਗੱਲ ਕਰੀਏ ਤਾਂ ਈਸਾਈਅਤ ਧਰਮ ਦੇ ਵਿੱਚ ਨਸਲੀ ਭੇਦਭਾਵ ਅੱਜ ਸਾਨੂੰ ਵੇਖਣ ਨੂੰ ਮਿਲਦਾ ਹੈ। ਇਸ ਨਸਲੀ ਭੇਦਭਾਵ ਦਾ ਇਹ ਕਾਰਨ ਇਤਨੀ ਨਫ਼ਰਤ ਸਮਾਜ ਅੰਦਰ ਫੈਲੀ ਕਿ ਮਨੁੱਖ ਦਾ ਵੈਰੀ ਹੋ ਗਿਆ। ਇਸ ਵਰਨ ਵੰਡ ਦਾ ਕਾਰਨ ਜਾਤ ਪਾਤ, ਊਚ ਨੀਚ, ਵਹਿਮ ਭਰਮ, ਸੁੱਚ ਪਿੱਟ, ਇਹ ਸਾਰੀਆਂ ਬੁਰਾਈਆਂ ਨੇ ਜਨਮ ਲਿੱਤਾ, ਜਿਨ੍ਹਾਂ ਦੇ ਨਾਲ ਸਮਾਜ ਦੇ ਅੰਦਰ ਅਸਮਾਨਤਾ ਫੈਲੀ। ਗੁਰੂ ਸਾਹਿਬ ਨੇ ਇਸ ਅਸਮਾਨਤਾ ਨੂੰ ਵੇਖਿਆ, ਇਸ ਨਫ਼ਰਤ ਨੂੰ ਵੇਖਿਆ। ਅੱਜ ਵੀ ਜੇਕਰ ਅਸੀਂ ਸਮਾਜਿਕ ਪੱਧਰ ਤੇ ਇਹਨਾਂ ਹਾਲਾਤਾਂ ਨੂੰ ਵੇਖਣ ਦਾ ਯਤਨ ਕਰਦੇ ਹਾਂ ਤਾਂ ਅੱਜ ਦੇ ਸਮਾਜਿਕ ਹਾਲਾਤ ਸਾਡੇ ਸਾਹਮਣੇ ਨੇ। ਆਏ ਦਿਨ ਆਪਾਂ ਅਖਬਾਰਾਂ ਦੇ ਵਿੱਚ ਜਾਂ ਨਿਊਜ਼ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਵੇਖਦੇ ਹਾਂ ਕਿਵੇਂ ਜਾਤ ਪਾਤ ਦੇ ਕਾਰਨ ਇੱਕ ਇਨਸਾਨ ਨੇ ਦੂਸਰੇ ਇਨਸਾਨ ਦਾ ਕਤਲ ਕਰ ਦਿੱਤਾ। ਜਾਤ ਪਾਤ, ਸੁੱਚ ਪਿੱਟ, ਇਹ ਸਾਰਾ ਕੋਡ ਅੱਜ ਵੀ ਸਮਾਜ ਦੇ ਅੰਦਰ ਪਨਪ ਰਿਹਾ ਹੈ। ਨੈਲਸਨ ਮੈਂਡੇਲਾ, ਜੋ ਕਿ ਇੱਕ ਸੋਸ਼ਲ ਐਕਟਿਵਿਸਟ ਹੋਇਆ, ਉਸਨੇ ਨਸਲੀ ਭੇਦਭਾਵ ਨੂੰ ਖਤਮ ਕਰਨ ਦੀ ਕਾਫੀ ਕੋਸ਼ਿਸ਼ ਕੀਤੀ। 20 ਸਾਲ ਉਸਨੂੰ ਜੇਲ੍ਹ ਦੇ ਵਿੱਚ ਵੀ ਕੱਟਣੇ ਪਏ। ਪਰ ਇਹ ਨਸਲੀ ਭੇਦਭਾਵ ਅੱਜ ਵੀ ਬਾਹਰਲੀਆਂ ਕੰਟਰੀਜ਼ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ ਕਿ ਕਿਵੇਂ ਗੋਰੇ ਕਾਲਿਆਂ ਦੇ ਵਿੱਚ ਅੱਜ ਵੀ ਭੇਦਭਾਵ ਹੁੰਦਾ ਹੈ। ਗੁਰੂ ਸਾਹਿਬ ਨੇ ਸਾਰੇ ਭੇਦਭਾਵ ਨੂੰ ਦੇਖਿਆ, ਸਾਰੇ ਵਿਤਕਰਿਆਂ ਨੂੰ ਦੇਖਿਆ, ਇਹਨਾਂ ਹਾਲਾਤਾਂ ਨੂੰ ਸਮਝਿਆ ਤੇ ਜਾਣ ਕੇ ਇੱਕ ਨਵੇਕਲੀ ਵਿਚਾਰਧਾਰਾ ਸਮਾਜ ਨੂੰ ਦਿੱਤੀ। ਗੁਰੂ ਪਾਤਸ਼ਾਹ ਨੇ ਜਾਤ ਦੀ ਨਹੀਂ, ਜੋਤ ਦੀ ਗੱਲ ਕੀਤੀ। ਗੁਰੂ ਸਾਹਿਬ ਨੇ ਕਿਹਾ, ਸਭ ਮੇਂ ਜੋਤ, ਜੋਤ ਹੈ ਸੋਏ, ਤਿਸ ਤੈ ਚਾਨਣ, ਸਭ ਮੇਂ ਚਾਨਣ ਹੋਏ। ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਕਿਸ ਜਾਤ ਦੀ ਗੱਲ ਕਰਦੇ ਹੋ, ਜਦ ਕਿ ਹਰ ਇਨਸਾਨ ਦੇ ਅੰਦਰ ਇੱਕ ਹੀ ਜੋਤ ਬਲ ਰਹੀ ਹੈ। ਹਰ ਇਨਸਾਨ ਦੇ ਅੰਦਰ ਉਹ ਪਰਮਾਤਮਾ ਆਪ ਨਿਰੰਕਾਰ ਬੈਠਾ ਹੈ। ਤਾਂ ਸਾਰਿਆਂ ਦੇ ਵਿੱਚ ਭੇਦਭਾਵ ਕਿਵੇਂ ਹੋ ਸਕਦਾ ਹੈ, ਇੱਕ ਦੂਜੇ ਨਾਲ ਵਿਤਕਰਾ ਕਿਵੇਂ ਹੋ ਸਕਦਾ ਹੈ, ਜਦ ਕਿ ਹਰ ਇਨਸਾਨ ਦੇ ਅੰਦਰ ਪਰਮਾਤਮਾ ਦੀ ਜੋਤ ਬਲਦੀ ਪਈ ਹੈ। ਜਦ ਅਸੀਂ ਗੁਰੂ ਸਾਹਿਬ ਦੀ ਪ੍ਰਚਾਰ ਫੇਰੀਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਜਦ ਗੁਰੂ ਸਾਹਿਬ ਹਿੰਦੂ ਧਾਰਮਿਕ ਸਥਲਾਂ ਵੱਲ ਗਏ, ਹਰਿਦੁਆਰ ਦੇ ਅੰਦਰ ਵੈਸ਼ਨਵ ਸਾਧ ਜੋ ਕਿ ਆਪਣਾ ਚੌਂਕਾ ਸੁੱਚਾ ਕਰਕੇ, ਕਿਉਂਕਿ ਜਦ ਅਸੀਂ ਪੁਰਾਣੇ ਜ਼ਮਾਨੇ ਨੂੰ ਵੇਖਦੇ ਹਾਂ, ਅੱਜ ਤੋਂ 20-30 ਸਾਲ ਪਹਿਲੇ ਵੀ ਘਰਾਂ ਦੇ ਅੰਦਰ ਗੋਆ ਫੇਰ ਕੇ ਚੌਕਾ ਜਿਹੜਾ ਹੈ ਸੁੱਚਾ ਕੀਤਾ ਜਾਂਦਾ ਸੀ। ਘਰਾਂ ਦੇ ਅੰਦਰ ਲਿਪਾਈ ਕੀਤੀ ਜਾਂਦੀ ਸੀ ਗਾਂ ਦੇ ਗੋਬਰ ਦੀ, ਤੇ ਸਮਝਿਆ ਜਾਂਦਾ ਸੀ ਕਿ ਇਹ ਹੁਣ ਸੁੱਚਾ ਹੋ ਗਿਆ ਹੈ। ਉਸ ਸਮੇਂ ਵੀ ਵੈਸ਼ਨਵ ਸਾਧ ਨੇ ਗਾਂ ਦੇ ਗੋਬਰ ਦੇ ਚੌਕਾ ਫੇਰਿਆ ਤੇ ਉਸ ਚੌਕੇ ਦੇ ਆਲੇ ਦੁਆਲੇ ਉਸਨੇ ਗੰਗਾ ਜਲ ਨੂੰ ਲਿਆ ਕੇ ਇੱਕ ਕਾਰ ਕੱਢ ਦਿੱਤੀ ਤਾਂ ਰੋਟੀ ਪਕਾਉਣ ਲੱਗਿਆ। ਉਸ ਦੇ ਬਲਦੇ ਹੋਏ ਚੁੱਲ੍ਹੇ ਵਿੱਚੋਂ ਜਦ ਭਾਈ ਮਰਦਾਨਾ ਜੀ ਨੇ ਬਲਦੀ ਹੋਈ ਲੱਕੜ ਚੁੱਕੀ ਤਾਂ ਉਸ ਸਾਧੂ ਨੂੰ ਗੁੱਸਾ ਆ ਗਿਆ। ਉਸਨੇ ਸਮਝਿਆ ਕਿ ਇੱਕ ਨੀਚ ਜਾਤ ਦਾ ਬੰਦਾ ਉਸ ਦੇ ਚੌਕੇ ਨੂੰ ਪਿੱਟਾ ਕਰ ਗਿਆ ਹੈ ਤੇ ਉਸ ਸਾਧ ਨੇ ਬਲਦੀ ਹੋਈ ਲੱਕੜ ਲੈ ਕੇ ਉਹ ਭਾਈ ਮਰਦਾਨਾ ਜੀ ਦੇ ਪਿੱਛੇ ਲੱਗਿਆ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਸਮੇਂ ਇਸ
ਹਾਲਾਤ ਨੂੰ ਵੇਖਦੇ ਹੋਏ ਉੱਥੇ ਸ਼ਬਦ ਉਚਾਰਿਆ, ਕੁਬਿਦ ਡੂਮਨੀ ਕੁਦਿਆ ਕਸਾਇਨ, ਭਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ। ਗੁਰੂ ਸਾਹਿਬ ਨੇ ਕਿਹਾ ਕੁਬਿਦ ਡੂਮਨੀ, ਬੁੱਧ ਹੁੰਦਾ ਹੈ ਮਤ, ਤੇ ਮਤ ਤੇ ਕੁਮਤ। ਗੁਰੂ ਸਾਹਿਬ ਨੇ ਕਿਹਾ ਜੇਕਰ ਸਾਡੇ ਅੰਦਰ ਭੈੜੀ ਮਤ ਹੈ, ਭੈੜੀ ਸੋਚ ਹੈ, ਤਾਂ ਸਮਝ ਲੈਣਾ ਕਿ ਉਹ ਸਾਡੇ ਅੰਦਰ ਡੂਮਨੀ ਹੈ। ਕੁਦਿਆ, ਦਿਆ ਹੁੰਦਾ ਹੈ ਜੇਕਰ ਅਸੀਂ ਕਿਸੇ ਉੱਤੇ ਤਰਸ ਕਰਦੇ ਹਾਂ। ਕੁਦਿਆ ਮਤਲਬ ਜੇਕਰ ਸਾਡੇ ਅੰਦਰ ਬੇਤਰਸੀ ਆ ਜਾਂਦੀ ਹੈ, ਕਿਸੇ ਉੱਤੇ ਸਾਨੂੰ ਤਰਸ ਨਹੀਂ ਆਉਂਦਾ, ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਜੇਕਰ ਤੇਰੇ ਅੰਦਰ ਬੇਤਰਸੀ ਹੈ ਤਾਂ ਸਮਝ ਲੈਣਾ ਇੱਕ ਕਸਾਇਣ ਤੇਰੇ ਅੰਦਰ ਬੈਠੀ ਹੈ। ਪਰ ਨਿੰਦਾ ਘਟ ਚੂੜੀ, ਜੇਕਰ ਅਸੀਂ ਦੂਜਿਆਂ ਦੀ ਨਿੰਦਾ ਕਰਦੇ ਹਾਂ, ਦੂਜਿਆਂ ਦੇ ਖਿਲਾਫ ਬੋਲਦੇ ਹਾਂ, ਦੂਜਿਆਂ ਦੀ ਨਿੰਦਾ ਕਰਦੇ ਹਾਂ, ਤਾਂ ਸਮਝ ਲੈਣਾ ਉਹ ਤੇਰੇ ਅੰਦਰ ਚੂੜੀ ਹੈ। ਤੇ ਇਸੇ ਤਰ੍ਹਾਂ ਫਿਰ ਉਹਨਾਂ ਨੇ ਕਿਹਾ ਕਿ ਜੇਕਰ ਤੇਰੇ ਅੰਦਰ ਕ੍ਰੋਧ ਭਰਿਆ ਪਿਆ ਹੈ, ਮੁੱਠੀ ਕ੍ਰੋਧ ਚੰਡਾਲ, ਤਾਂ ਉਹ ਫਿਰ ਤੇਰੇ ਅੰਦਰ ਚੰਡਾਲ ਹੈ। ਜੇਕਰ ਅਸੀਂ ਇਹਨਾਂ ਚਾਰਾਂ ਚੀਜ਼ਾਂ ਨੂੰ ਸਮਝੀਏ, ਡੂਮਨੀ, ਕਸਾਇਨ ਜਾਂ ਫਿਰ ਉਹਨਾਂ ਨੇ ਚੰਡਾਲ ਦਾ ਨਾਮ ਲਿੱਤਾ, ਤਾਂ ਇਹਨਾਂ ਨੂੰ ਨੀਚ ਗਿਣਿਆ ਜਾਂਦਾ ਹੈ। ਤਾਂ ਗੁਰੂ ਸਾਹਿਬ ਨੇ ਉਸ ਵੈਸ਼ਨਵ ਸਾਧ ਨੂੰ ਹੀ ਨਹੀਂ ਸਮਝਾਇਆ, ਬਲਕਿ ਪੂਰੇ ਸਮਾਜ ਨੂੰ ਇਹ ਸੇਧ ਦਿੱਤੀ, ਜੇਕਰ ਇਹ ਚਾਰੇ ਚੀਜ਼ਾਂ ਸਾਡੇ ਅੰਦਰ ਨੇ ਤੇ ਫਿਰ ਸਮਝ ਲੈਣਾ ਅਸੀਂ ਨੀਚ ਹਾਂ। ਤੇ ਗੁਰੂ ਪਾਤਸ਼ਾਹ ਨੇ ਇਹ ਸਮਝਾ ਕੇ ਨੀਚ ਦਾ, ਜਾਤ ਪਾਤ ਦਾ ਖੰਡਨ ਕੀਤਾ। ਗੁਰੂ ਸਾਹਿਬ ਨੇ ਜਾਤ ਦੀ ਨਹੀਂ ਬਲਕਿ ਜੋਤ ਦੀ ਗੱਲ ਕੀਤੀ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੰਦੇ ਹਾਂ, ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਤੇ ਫਿਰ ਅਸਲ ਵਿੱਚ ਅਸੀਂ ਨੀਚ ਹਾਂ। ਅਸੀਂ ਬਾਣੀ ਅੰਦਰ ਪੜ੍ਹਦੇ ਹਾਂ, ਖਸਮ ਵਿਸਾਰੇ ਤੇ ਕਮ ਜਾਤ, ਨਾਨਕ ਨਾਵੈ ਬਾਸ ਸਨਾਤ। ਗੁਰੂ ਪਾਤਸ਼ਾਹ ਨੇ ਕਿਹਾ ਜੇਕਰ ਸਾਡੇ ਜ਼ਿੰਦਗੀ ਅੰਦਰੋਂ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ, ਅਸੀਂ ਭੁੱਲ ਜਾਂਦੇ ਹਾਂ ਪਰਮਾਤਮਾ ਨੂੰ, ਤੇ ਅਸਲ ਵਿੱਚ ਅਸੀਂ ਨੀਚ ਹਾਂ। ਇਸੇ ਤਰ੍ਹਾਂ ਬਾਣੀ ਦੇ ਅੰਦਰ ਕਈ ਥਾਵਾਂ ਤੇ ਗੁਰੂ ਪਾਤਸ਼ਾਹ ਨੇ ਜਾਤ ਪਾਤ ਦਾ ਖੰਡਨ ਕੀਤਾ ਤੇ ਇੱਕ ਐਸੇ ਸਮਾਜ ਨੂੰ ਸਿਰਜਿਆ ਜਿਸ ਵਿੱਚ ਸਾਰੇ ਇੱਕ ਸਮਾਨ ਸਨ। ਕਹਿ ਸਕਦੇ ਹਾਂ ਕਿ ਸਾਂਝੀਵਾਲਤਾ ਦਾ ਉਪਦੇਸ਼ ਸਮਾਜ ਨੂੰ ਦਿੱਤਾ। ਗੁਰੂ ਪਾਤਸ਼ਾਹ ਫਰਮਾਉਂਦੇ ਨੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵਡਿਆ ਸਿਉ ਕਿਆ ਰੀਸ। ਇਸੇ ਤਰ੍ਹਾਂ ਜਾਤ ਪਾਤ ਦੇ ਕੋਡ ਨੂੰ ਖਤਮ ਕਰਨ ਦੇ ਲਈ ਗੁਰੂ ਪਾਤਸ਼ਾਹ ਨੇ ਸੰਗਤ ਨੂੰ ਕਾਇਮ ਕੀਤਾ। ਸੰਗਤ ਦਾ ਕਨਸੈਪਟ ਸਮਾਜ ਦੇ ਅੰਦਰ ਰੱਖਿਆ ਤੇ ਨਾਲ ਹੀ ਲੰਗਰ ਦੀ ਪ੍ਰਥਾ ਵੀ ਸਮਾਜ ਨੂੰ ਦਿੱਤੀ। ਸੰਗਤ ਜਿਸ ਦੇ ਵਿੱਚ ਆਪਾਂ ਸਾਰੇ ਬੈਠ ਕੇ ਇਕਜੁੱਟ ਹੋ ਕੇ ਬਿਨਾਂ ਕਿਸੇ ਭੇਦਭਾਵ ਦੇ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ, ਤੇ ਲੰਗਰ ਵਿੱਚ ਵੀ ਬੈਠ ਕੇ ਆਪਾਂ ਸਾਰੇ ਭੇਦਭਾਵ ਭੁੱਲ ਕੇ ਪ੍ਰਸ਼ਾਦਾ ਛਕਦੇ ਹਾਂ। ਇਸੇ ਤਰ੍ਹਾਂ ਇੱਕ ਦੋ ਨਵੇਕਲੇ ਕਨਸੈਪਟ ਜਾਤ ਪਾਤ ਨੂੰ ਖਤਮ ਕਰਨ ਲਈ, ਵਿਤਕਰਿਆਂ ਨੂੰ ਖਤਮ ਕਰਨ ਲਈ ਗੁਰੂ ਪਾਤਸ਼ਾਹ ਨੇ ਇਸ ਸਮਾਜ ਨੂੰ ਦਿੱਤੇ, ਜੋ ਅੱਜ ਵੀ ਸਿੱਖ ਸਮਾਜ ਦੇ ਅੰਦਰ ਜਾਰੀ ਨੇ, ਜੋ ਅੱਜ ਵੀ ਸਿੱਖ ਸਮਾਜ ਬੜੇ ਉਤਸ਼ਾਹ ਦੇ ਨਾਲ ਇਹਨਾਂ ਦੋਨਾਂ ਕਨਸੈਪਟਾਂ ਨੂੰ, ਇਹਨਾਂ ਦੋਨਾਂ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਅੰਦਰ ਅਪਣਾ ਰਿਹਾ ਹੈ। ਜਦ ਅਸੀਂ ਸਿੱਖ ਸਮਾਜ ਦੀ ਗੱਲ ਕਰਦੇ ਹਾਂ, ਅੱਜ ਵੀ ਗਰੀਬਾਂ ਦੇ ਲਈ ਜਾਂ ਕਿਸੇ ਵੀ ਭੁੱਖੇ ਦੇ ਲਈ ਹਰ ਗੁਰਦੁਆਰੇ ਸਾਹਿਬਾਨ ਦੇ ਅੰਦਰ ਸਾਨੂੰ ਲੰਗਰ ਮਿਲਦਾ ਹੈ, ਤੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਸਾਰੇ ਸੰਗਤ ਰੂਪ ਵਿੱਚ ਗੁਰੂ ਦੇ ਵਿਚਾਰ ਸੁਣਦੇ ਹਾਂ। ਸਿਰਫ ਜਾਤ ਪਾਤ ਜਾਂ ਵਹਿਮ ਭਰਮ ਜਾਂ ਸੁੱਚ ਭਿੱਟ ਨੂੰ ਹੀ ਗੁਰੂ ਪਾਤਸ਼ਾਹ ਨੇ ਖਤਮ ਨਹੀਂ ਕੀਤਾ, ਬਲਕਿ ਇੱਕ ਬਹੁਤ ਵੱਡਾ ਵਿਤਕਰਾ ਜੋ ਸਮਾਜ ਦੇ ਅੰਦਰ ਸੀ, ਉਸ ਦੇ ਪ੍ਰਤੀ ਵੀ ਗੁਰੂ ਸਾਹਿਬ ਨੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਔਰ ਉਹ ਵਿਤਕਰਾ ਸੀ ਪਰਮਾਤਮਾ ਦੇ ਬਣਾਏ ਹੋਏ ਸਰੂਪ ਉੱਤੇ। ਕਹਿ ਸਕਦੇ ਹਾਂ ਕਿ ਪਰਮਾਤਮਾ ਨੇ ਮਨੁੱਖਾ ਜੀਵਨ ਇਸ ਸੰਸਾਰ ਅੰਦਰ ਭੇਜਿਆ ਔਰਤ ਤੇ ਮਰਦ ਦੇ ਰੂਪ ਵਿੱਚ, ਤੇ ਔਰਤ ਦੇ ਮਰਦ ਦੇ ਰੂਪ ਵਿੱਚ ਹੀ ਬਹੁਤ ਵੱਡਾ ਵਿਤਕਰਾ ਸਾਨੂੰ ਸਮਾਜ ਦੇ ਅੰਦਰ ਦੇਖਣ ਨੂੰ ਮਿਲਦਾ ਹੈ। ਔਰਤ ਨੂੰ ਤਦ ਵੀ ਲਤਾੜਿਆ ਗਿਆ ਤੇ ਔਰਤ ਅੱਜ ਵੀ ਲਤਾੜੀ ਜਾ ਰਹੀ ਹੈ। ਤਦ ਵੀ ਔਰਤ ਦੇ ਨਾਲ ਵਿਤਕਰਾ ਕੀਤਾ ਜਾਂਦਾ ਸੀ ਤੇ ਅੱਜ ਵੀ ਹੋ ਰਿਹਾ ਹੈ। ਬੇਸ਼ੱਕ ਅੱਜ ਅਸੀਂ ਮਾਡਰਨ ਸਮਾਜ ਦੇ ਅੰਦਰ ਰਹਿ ਰਹੇ ਹਾਂ, ਮਾਡਰਨਿਟੀ ਦੇ ਬੈਨਰ ਥੱਲੇ ਰਹਿ ਰਹੇ ਹਾਂ, ਪਰ ਔਰਤ ਤਦ ਵੀ ਆਪਣੀ ਆਜ਼ਾਦੀ ਦੇ ਲਈ ਲੜ ਰਹੀ ਸੀ ਔਰ ਅੱਜ ਵੀ ਲੜ ਰਹੀ ਹੈ। ਕਿਉਂਕਿ ਅੱਜ ਇਸ ਪੜ੍ਹੇ ਲਿਖੇ ਸਮਾਜ ਦੇ ਅੰਦਰ ਭਾਵੇਂ ਉਹ ਐਜੂਕੇਸ਼ਨ ਦੀ ਗੱਲ ਹੋਵੇ ਜਾਂ ਵੂਮਨ ਰਾਈਟਸ ਦੀ ਗੱਲ ਹੋਵੇ, ਔਰਤ ਹਰ ਚੀਜ਼ ਲਈ
ਲੜ ਰਹੀ ਹੈ ਔਰ ਆਪਣੇ ਹੱਕਾਂ ਦੀ ਮੰਗ ਕਰ ਰਹੀ ਹੈ। ਜੇਕਰ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਕਤ ਔਰਤ ਦੀ ਦਸ਼ਾ ਨੂੰ ਵੇਖੀਏ ਤਾਂ ਉਸ ਸਮੇਂ ਵੀ ਔਰਤ ਲਤਾੜੀ ਗਈ, ਭੰਡੀ ਗਈ। ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲੇ ਦਾ ਇਤਿਹਾਸ ਜੇਕਰ ਅਸੀਂ ਵੇਖੀਏ ਤਾਂ ਉਸ ਸਮੇਂ ਵੀ ਔਰਤ ਕਈ ਕੁਰੀਤੀਆਂ ਦੀ ਸ਼ਿਕਾਰ ਹੋਈ, ਜੋ ਕੁਰੀਤੀਆਂ ਅੱਜ ਵੀ ਪ੍ਰਚਲਿਤ ਨੇ, ਅੱਜ ਵੀ ਸਾਨੂੰ ਸਮਾਜ ਅੰਦਰ ਵੇਖਣ ਨੂੰ ਮਿਲਦੀ ਨੇ। ਗੁਰੂ ਪਾਤਸ਼ਾਹ ਨੇ ਵੇਖਿਆ ਕਿ ਔਰਤ ਕਿਵੇਂ ਲਤਾੜੀ ਜਾ ਰਹੀ ਹੈ, ਕਿਉਂਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਰ ਕਾਲ ਦੇ ਅੰਦਰ ਔਰਤ ਨੂੰ ਜ਼ੁਲਮ ਸਹਿਣੇ ਪਏ ਨੇ। ਇੱਥੇ ਤੱਕ ਕਿ ਗਰਭਵਤੀ ਮਹਿਲਾਵਾਂ ਦੇ ਢਿੱਡ ਫਾੜ ਕੇ ਅਣਜਨਮੇ ਬੱਚਿਆਂ ਨੂੰ ਵੀ ਵਾਰ ਸੁੱਟਿਆ ਗਿਆ। ਉਹਨਾਂ ਨੂੰ ਹਰ ਚੀਜ਼ ਤੋਂ ਵਾਂਝਾ ਰੱਖਿਆ ਗਿਆ। ਨਾ ਔਰਤ ਪੜ੍ਹ ਸਕਦੀ ਸੀ, ਨਾ ਕਿਸੇ ਧਾਰਮਿਕ ਖਿੱਤੇ ਦੇ ਵਿੱਚ ਆਪਣੀ ਯੋਗਦਾਨ ਦੇ ਸਕਦੀ ਸੀ, ਨਾ ਹੀ ਸਮਾਜਿਕ ਪੱਧਰ ਉੱਤੇ ਉਸ ਦਾ ਕੋਈ ਜ਼ਿਆਦਾ ਯੋਗਦਾਨ ਸੀ। ਤੇ ਗੁਰੂ ਪਾਤਸ਼ਾਹ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਔਰਤ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਤੇ ਇਸ ਸਮਾਜ ਨੂੰ ਸਮਝਾਇਆ, ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਭਾਲੀਐ, ਭੰਡ ਹੋਵੇ ਬੰਦਾਨ, ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜਾ। ਇੱਕ ਕਨਸੈਪਟ ਇੱਕ ਗੁਰੂ ਪਾਤਸ਼ਾਹ ਨੇ ਸਮਾਜ ਨੂੰ ਦਿੱਤਾ, ਜਦ ਕਿ ਉਸ ਸਮੇਂ ਵੀ ਬਹੁਤ ਸਾਰੇ ਮਤ ਪ੍ਰਚਲਿਤ ਸਨ, ਸਮਾਜ ਦੇ ਅੰਦਰ ਬਹੁਤ ਸਾਰੇ ਧਰਮ ਸਨ, ਪਰ ਕਿਸੇ ਨੇ ਵੀ ਔਰਤ ਦੀ ਬਾਹ ਨਹੀਂ ਪਕੜੀ, ਕਿਸੇ ਨੇ ਵੀ ਔਰਤ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਨਹੀਂ ਕੀਤਾ। ਵਾਹਿਦ ਗੁਰੂ ਨਾਨਕ ਪਾਤਸ਼ਾਹ ਇੱਕ ਪਹਿਲੇ ਪੈਗੰਬਰ ਹੋਏ ਜਿਨ੍ਹਾਂ ਨੇ ਔਰਤ ਨੂੰ ਬਰਾਬਰਤਾ ਦਾ ਹੱਕ ਦਿਲਵਾਇਆ। ਗੁਰੂ ਪਾਤਸ਼ਾਹ ਨੇ ਕਿਹਾ, ਭੰਡ ਜੰਮੀਐ ਭੰਡ ਨਿੰਮੀਐ, ਕਿ ਔਰਤ ਤੋਂ ਹੀ ਇਹ ਸਮਾਜ ਚੱਲਦਾ ਹੈ। ਔਰਤ ਦੇ ਗਰਭ ਦੇ ਵਿੱਚ ਹੀ ਬੱਚਾ ਪੈਦਾ ਹੁੰਦਾ ਹੈ ਔਰ ਔਰਤ ਦੇ ਗਰਭ ਦੇ ਅੰਦਰ ਹੀ ਇੱਕ ਇਨਸਾਨ ਦਾ, ਇੱਕ ਮਰਦ ਦਾ ਨਿਵਾਸ ਹੁੰਦਾ ਹੈ। ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵਿਆਹ, ਔਰਤ ਨਾਲ ਹੀ ਵਿਆਹ ਕੀਤਾ ਜਾਂਦਾ ਹੈ, ਔਰਤ ਨਾਲ ਹੀ ਗ੍ਰਸਤੀ ਨੂੰ ਅਗਾਂਹ ਵਧਾਇਆ ਜਾਂਦਾ ਹੈ। ਭੰਡ ਮੂਆ ਭੰਡ ਭਾਲੀਐ, ਭੰਡ ਹੋਵੇ ਬੰਦਾਨ, ਕਿ ਜਦ ਇੱਕ ਔਰਤ ਮਰ ਜਾਵੇ ਤਾਂ ਫਿਰ ਮਰਦ ਜਿਹੜਾ ਹੈ ਦੂਸਰੀ ਔਰਤ ਦੀ ਭਾਲ ਕਰਦਾ ਹੈ, ਕਿਉਂਕਿ ਉਸਦੀ ਗ੍ਰਸਤ ਜੀਵਨ ਜਿਹੜਾ ਹੈ ਉਹ ਡਾਮਾਡੋਲ ਹੋ ਜਾਂਦਾ ਹੈ। ਉਹ ਗ੍ਰਸਤੀ ਨੂੰ ਸਹੀ ਤਰੀਕੇ ਨਾਲ ਚਲਾ ਨਹੀਂ ਸਕਦਾ, ਬੱਚਿਆਂ ਦੀ ਸੰਭਾਲ ਨਹੀਂ ਕਰ ਸਕਦਾ। ਫਿਰ ਉਸ ਨੂੰ ਚਲਾਉਣ ਦੇ ਲਈ ਫਿਰ ਉਹ ਦੂਜੀ ਔਰਤ ਨੂੰ ਲੱਭਦਾ ਹੈ। ਫਿਰ ਕਹਿੰਦੇ ਨੇ ਭੰਡ ਹੋਵੇ ਬੰਦਾਨ, ਫਿਰ ਔਰਤ ਦੇ ਨਾਲ ਹੀ ਸਾਰੀ ਰਿਸ਼ਤੇਦਾਰੀ, ਔਰਤ ਦੇ ਨਾਲ ਹੀ ਸਾਰੇ ਰਿਸ਼ਤੇ ਬਣਦੇ ਨੇ। ਤੇ ਫਿਰ ਆਖੀਰ ਵਿੱਚ ਗੁਰੂ ਪਾਤਸ਼ਾਹ ਬੜੇ ਸੋਹਣੇ ਬਚਨ ਕਹਿ ਕੇ ਔਰਤ ਦੇ ਪ੍ਰਤੀ ਆਪਣੀ ਵਿਚਾਰਧਾਰਾ ਨੂੰ ਸਮਾਜ ਦੇ ਸਾਹਮਣੇ ਰੱਖਦੇ ਨੇ। ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜਾ, ਕਿ ਉਹ ਔਰਤ ਕਿਵੇਂ ਮੰਦੀ ਹੋ ਗਈ ਜਿਸ ਨੇ ਤੁਹਾਡੇ ਜੇ ਰਿਸ਼ੀ ਮੁਨੀਆਂ ਨੂੰ, ਤੁਹਾਡੇ ਜੇ ਧਾਰਮਿਕ ਠੇਕੇਦਾਰਾਂ ਨੂੰ, ਤੁਹਾਡੇ ਜੇ ਰਾਜਿਆਂ ਨੂੰ, ਹਾਕਮਾਂ ਨੂੰ ਜਨਮ ਦਿੱਤਾ। ਉਹ ਔਰਤ ਮੰਦੀ ਕਿਵੇਂ ਹੋ ਗਈ? ਭੰਡੋ ਹੀ ਭੰਡ ਉਪਜੈ, ਭੰਡੈ ਬਾਜ ਨਾ ਕੋਏ। ਗੁਰੂ ਸਾਹਿਬ ਨੇ ਇਹ ਵੀ ਕਿਹਾ, ਇਫ ਦੇਅਰ ਇਜ਼ ਨੋ ਵੂਮੈਨ ਦੇਅਰ ਵੁੱਡ ਬੀ ਨੋ ਵਨ ਐਟ ਆਲ। ਜੇਕਰ ਔਰਤ ਨਹੀਂ ਤੇ ਫਿਰ ਇਸ ਸੰਸਾਰ ਦੇ ਅੰਦਰ ਮਨੁੱਖਾ ਜੀਵਨ ਵੀ ਨਹੀਂ। ਔਰਤ ਤੋਂ ਹੀ ਮਨੁੱਖੇ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਔਰਤ ਨੂੰ ਵਡਿਆਈ ਦੇਣ ਦੇ ਲਈ ਗੁਰੂ ਪਾਤਸ਼ਾਹ ਨੇ ਇਤਨੀ ਵੱਡੀ ਗੱਲ ਕਹਿ ਦਿੱਤੀ, ਇਸ ਜਗ ਮੇ ਪੁਰਖ ਏਕ ਹੈ, ਹੋਰ ਸਗਰੀ ਨਾਰ ਸਬਾਈ, ਕਿ ਪਰਮਾਤਮਾ ਇੱਕ ਪੁਰਖ ਜਿਹੜਾ ਹੈ ਉਹ ਸੰਸਾਰ ਅੰਦਰ ਇੱਕ ਹੀ ਹੈ, ਉਹ ਹੈ ਪਰਮਾਤਮਾ। ਤਾਂ ਆਪਾਂ ਸਾਰੇ ਉਸ ਦੀਆਂ ਜੀਵ ਇਸਤਰੀਆਂ ਹਾਂ। ਔਰਤ ਨੂੰ ਇਤਨੀ ਵੱਡੀ ਪਦਵੀ ਗੁਰੂ ਪਾਤਸ਼ਾਹ ਨੇ ਦੇ ਦਿੱਤੀ ਕਿ ਮਨੁੱਖਾ ਜੀਵਨ ਨੂੰ ਉਹਨਾਂ ਨੇ ਇਸਤਰੀ ਦਾ ਰੂਪ ਦਿੱਤਾ, ਇਸਤਰੀ ਕਹਿ ਕੇ ਸੰਬੋਧਿਤ ਕੀਤਾ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਔਰਤ ਦੇ ਹੱਕਾਂ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਪਰ ਅੱਜ ਸਾਡੀ ਤਰਾਸਦੀ ਕਿ ਜਦ ਅਸੀਂ ਸਮਾਜ ਦੇ ਅੰਦਰ ਝਾਤ ਮਾਰਦੇ ਹਾਂ, ਜੇਕਰ ਸਿੱਖ ਸਮਾਜ ਦੀ ਮੈਂ ਗੱਲ ਕਰਾਂ, ਕਿਉਂਕਿ ਸਿੱਖ ਸਮਾਜ ਨੂੰ ਗੁਰੂ ਪਾਤਸ਼ਾਹ ਬਹੁਤ ਵੱਡੀ ਦੇਣ ਦੇ ਕੇ ਗਏ ਨੇ। ਸਿੱਖ ਸਮਾਜ ਦੇ ਅੰਦਰ ਅੱਜ ਉਹੀ ਕੁਰੀਤੀਆਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਜੋ ਕਈ ਸਦੀਆਂ ਪਹਿਲੇ ਗੁਰੂ ਪਾਤਸ਼ਾਹ ਨੇ ਜਿਨ੍ਹਾਂ ਤੋਂ ਸਾਨੂੰ ਵਰਜਿਆ ਸੀ। ਅੱਜ ਵੀ ਫੀਮੇਲ ਫੋਰਟੀਸਾਈਡ, ਭਰੂਣ ਹੱਤਿਆ ਸਿੱਖ ਸਮਾਜ ਦੇ ਅੰਦਰ ਹੋ ਰਹੀ ਹੈ। ਅੱਜ ਵੀ ਦਹੇਜ ਨੂੰ ਲੈ ਕੇ ਕਿਤਨੀਆਂ ਮੌਤਾਂ, ਕਿਤਨੀਆਂ ਸਿੱਖ ਬੱਚੀਆਂ ਜਿਹੜੀਆਂ ਨੇ ਉਹ ਲਤਾੜੀਆਂ ਜਾ ਰਹੀਆਂ ਨੇ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਇਹ ਸਾਰੀਆਂ ਕੁਰੀਤੀਆਂ
ਅੱਜ ਵੀ ਸਿੱਖ ਸਮਾਜ ਦੇ ਅੰਦਰ ਜਾਂ ਸਮਾਜ ਦੇ ਅੰਦਰ ਔਰਤ ਨੂੰ ਉਹ ਹੱਕ ਨਹੀਂ ਮਿਲ ਸਕੇ ਜਿਨ੍ਹਾਂ ਦੀ ਉਹ ਹੱਕਦਾਰ ਸੀ। ਅੱਜ ਸਾਨੂੰ ਸਮਝਣਾ ਪਵੇਗਾ ਕਿ ਜੇਕਰ ਆਪਾਂ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਗੁਰੂ ਪਾਤਸ਼ਾਹ ਦੇ ਸਿਧਾਂਤਾਂ ਨੂੰ ਵੀ ਲਾਗੂ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਹੈ, ਤਦ ਹੀ ਸਾਡੇ ਪ੍ਰਕਾਸ਼ ਪੁਰਬ ਮਨਾਉਣੇ ਸਫਲ ਨੇ। ਔਰਤ ਤੇ ਮਰਦ ਦੇ ਵਿਤਕਰੇ ਨੂੰ ਗੁਰੂ ਪਾਤਸ਼ਾਹ ਨੇ ਖਤਮ ਕੀਤਾ ਤੇ ਨਾਲ ਹੀ ਜੋ ਸਭ ਤੋਂ ਵੱਡੀ ਸਮਾਜ ਦੇ ਅੰਦਰ ਲੱਤ ਸੀ ਨਸ਼ਿਆਂ ਦੀ, ਉਸ ਨੂੰ ਵੀ ਗੁਰੂ ਸਾਹਿਬ ਨੇ ਇਸ ਸੰਸਾਰ ਤੋਂ, ਇਸ ਸਮਾਜ ਤੋਂ ਖਤਮ ਕੀਤਾ ਹੈ। ਗੁਰੂ ਸਾਹਿਬ ਨੇ ਮਨੁੱਖਾ ਜੀਵਨ ਨੂੰ ਨਸ਼ਿਆਂ ਤੋਂ ਵਰਜਿਆ। ਗੁਰੂ ਸਾਹਿਬ ਨੇ ਕਿਹਾ ਕਿ ਉਹ ਨਸ਼ੇ ਮਨੁੱਖਤਾ ਦੇ ਲਈ ਕਿਵੇਂ ਚੰਗੇ ਹੋ ਸਕਦੇ ਹਨ ਜਿਨ੍ਹਾਂ ਨਸ਼ਿਆਂ ਦੇ ਵਿੱਚ ਇਨਸਾਨ ਨੂੰ ਆਪਣੀ ਸੁਰਤ ਹੀ ਨਹੀਂ ਰਹਿੰਦੀ। ਗੁਰੂ ਸਾਹਿਬ ਦੇ ਸਮੇਂ ਵੀ ਨਸ਼ਿਆਂ ਦੀ ਕਾਫੀ ਭਰਮਾਰ ਸੀ, ਨਸ਼ੇ ਸਮਾਜ ਅੰਦਰ ਕੀਤੇ ਜਾਂਦੇ ਸਨ। ਈਵਨ ਕਿ ਜਿਹੜੇ ਧਰਮ ਦੇ ਠੇਕੇਦਾਰ ਸਨ ਉਹਨਾਂ ਦਾ ਵੀ ਇਹ ਮੰਨਣਾ ਸੀ ਕਿ ਨਸ਼ਿਆਂ ਦੇ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਕਿਸੇ ਨੇ ਕਿਹਾ ਕਿ ਜੇਕਰ ਪਰਮਾਤਮਾ ਨੂੰ ਸ਼ਰਾਬ ਭੇਟ ਕੀਤੀ ਜਾਵੇ ਤਾਂ ਪਰਮਾਤਮਾ ਖੁਸ਼ ਹੁੰਦਾ ਹੈ। ਕਿਸੇ ਨੇ ਕਿਹਾ ਕਿ ਜੇਕਰ ਅਸੀਂ ਇੱਥੇ ਚੰਗੇ ਕੰਮ ਕਰਦੇ ਹਾਂ ਤਾਂ ਸਾਨੂੰ ਸਵਰਗ ਦੇ ਵਿੱਚ ਸ਼ਰਾਬ ਪੀਣ ਨੂੰ ਮਿਲੇਗੀ। ਪਰ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਇਹ ਸਮਝਾਇਆ ਕਿ ਜਿਹੜਾ ਨਸ਼ਾ ਕੀਤਿਆਂ ਤੁਹਾਨੂੰ ਆਪਣੀ ਸੁਰਤ ਨਹੀਂ ਰਹਿੰਦੀ ਤਾਂ ਉਸ ਦੇ ਵਿੱਚ ਤੁਸੀਂ ਪਰਮਾਤਮਾ ਨੂੰ ਕਿਵੇਂ ਮਿਲ ਸਕਦੇ ਹੋ। ਗੁਰੂ ਪਾਤਸ਼ਾਹ ਨੇ ਪ੍ਰਚਾਰ ਦੌਰਿਆਂ ਦੇ ਸਮੇਂ ਇਹ ਵੇਖਿਆ ਕਿ ਜੋਗੀ ਜੋ ਉਸ ਸਮੇਂ ਆਪਣੇ ਆਪ ਨੂੰ ਧਾਰਮਿਕ ਠੇਕੇਦਾਰ ਅਖਵਾਉਂਦੇ ਸਨ, ਜਿਵੇਂ ਕਿ ਆਪਾਂ ਪਿੱਛੇ ਵੀ ਗੱਲ ਕਰ ਚੁੱਕੇ ਹਾਂ ਕਿ ਉਸ ਸਮੇਂ 3 ਤਰ੍ਹਾਂ ਦੇ ਧਾਰਮਿਕ ਠੇਕੇਦਾਰ ਸਨ, ਬ੍ਰਾਹਮਣ, ਜੋਗੀ ਤੇ ਕਾਜੀ। ਉਹਨਾਂ ਦੇ ਵਿੱਚੋਂ ਜੋਗੀਆਂ ਨੂੰ ਸਭ ਤੋਂ ਜ਼ਿਆਦਾ ਵਿਦਵਾਨ ਮੰਨਿਆ ਜਾਂਦਾ ਸੀ। ਗੁਰੂ ਸਾਹਿਬ ਨੇ ਵੇਖਿਆ ਕਿ ਜੋਗੀ ਵੀ ਸ਼ਰਾਬ ਕੱਢਦੇ ਨੇ। ਜੋਗੀਆਂ ਦਾ ਇਹ ਕਨਸੈਪਟ ਸੀ ਕਿ ਸ਼ਰਾਬ ਦੇ ਪੀਣ ਦੇ ਨਾਲ ਉਹਨਾਂ ਨੂੰ ਮਸਤੀ ਆਉਂਦੀ ਹੈ ਤੇ ਉਸ ਮਸਤੀ ਦੇ ਵਿੱਚ ਫਿਰ ਉਹਨਾਂ ਦਾ ਦਸਮ ਦੁਆਰ ਖੁੱਲਦਾ ਹੈ, ਜਿਸ ਦੇ ਨਾਲ ਉਹ ਪਰਮਾਤਮਾ ਦਾ ਦੀਦਾਰ ਕਰਦੇ ਨੇ। ਪਰ ਗੁਰੂ ਪਾਤਸ਼ਾਹ ਨੇ ਕਿਹਾ ਕਿ ਜਿਸ ਨੂੰ ਪੀਤਿਆਂ ਤੁਹਾਨੂੰ ਆਪਣੀ ਸੁਰਤ ਨਹੀਂ, ਤੁਸੀਂ ਪਰਮਾਤਮਾ ਦੇ ਨਾਲ ਸੁਰਤ ਨੂੰ ਕਿਵੇਂ ਜੋੜ ਸਕਦੇ ਹੋ। ਗੁਰੂ ਸਾਹਿਬ ਨੇ ਜੋਗੀਆਂ ਨੂੰ ਸਮਝਾਉਣ ਦੇ ਲਈ ਸ਼ਬਦ ਉਚਾਰਿਆ, ਜਿਸ ਦੇ ਵਿੱਚ ਗੁਰੂ ਪਾਤਸ਼ਾਹ ਫਰਮਾਉਂਦੇ ਨੇ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਪਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਿਹਾ। ਇਸ ਸ਼ਬਦ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਜੋਗੀਆਂ ਨੂੰ ਸਮਝਾਇਆ, ਉੱਥੇ ਹੀ ਉਸ ਪੂਰੇ ਕਨਸੈਪਟ ਨੂੰ, ਉਸ ਪੂਰੇ ਤਰੀਕੇ ਨੂੰ ਵੀ ਦੱਸਿਆ ਜਿਸ ਤਰੀਕੇ ਦੇ ਨਾਲ ਉਹ ਜੋਗੀ ਸ਼ਰਾਬ ਕੱਢਦੇ ਸਨ। ਇੱਕ ਮਿੱਟੀ ਦਾ ਘੜਾ ਉਹ ਲੈ ਲੈਂਦੇ ਸਨ, ਜਿਸ ਦੇ ਵਿੱਚ ਉਹ ਗੁੜ, ਮੁਹਾਏ ਦੇ ਫੁੱਲ ਤੇ ਕਿਕਰਾਂ ਦੇ ਕਸ ਪਾ ਦਿੰਦੇ ਸਨ। ਉਸ ਮਿੱਟੀ ਦੇ ਘੜੇ ਨੂੰ ਢੱਕ ਕੇ ਧਰਤੀ ਦੇ ਅੰਦਰ ਦਬਾ ਦਿੱਤਾ ਜਾਂਦਾ। ਕੁਝ ਦਿਨਾਂ ਦੇ ਬਾਅਦ ਉਸ ਘੜੇ ਨੂੰ ਫਿਰ ਬਾਹਰ ਕੱਢਦੇ ਸਨ। ਬਾਹਰ ਕੱਢ ਕੇ ਉਸ ਘੜੇ ਨੂੰ ਭੱਠੀ ਦੇ ਉੱਤੇ ਚੜਾਇਆ ਜਾਂਦਾ ਸੀ। ਜਦ ਉਹ ਲਾਹਣ ਉਸ ਹੀਟ ਦੇ ਨਾਲ, ਜੋ ਭੱਠੀ ਥੱਲੇ ਬਾਲੀ ਜਾਂਦੀ ਸੀ, ਜੋ ਅੱਗ ਥੱਲੇ ਬਾਲੀ ਜਾਂਦੀ ਸੀ, ਉਸ ਹੀਟ ਦੇ ਨਾਲ ਉਹ ਲਾਹਣ ਜਿਹੜੀ ਉਬਲਦੀ, ਉਬਲਣ ਦੇ ਨਾਲ ਉਸ ਦੇ ਵਿੱਚੋਂ ਸਟੀਮ ਨਿਕਲਦੀ। ਵੈਪਰਸ ਆਮ ਜਿਵੇਂ ਆਪਾਂ ਘਰਾਂ ਦੇ ਵਿੱਚ ਦੇਖਦੇ ਹਾਂ, ਜਦ ਪਾਣੀ ਉਬਲਦਾ ਹੈ ਤਾਂ ਉਸ ਵਿੱਚੋਂ ਸਟੀਮ ਨਿਕਲਦੀ ਹੈ। ਫਿਰ ਉਹ ਜਿਹੜੀ ਸਟੀਮ ਹੈ ਉਸ ਘੜੇ ਦੇ ਨਾਲ ਇੱਕ ਪਾਈਪ ਲਗਾਈ ਜਾਂਦੀ ਸੀ। ਉਹ ਸਟੀਮ ਉਸ ਪਾਈਪ ਤੋਂ ਪਾਸ ਹੁੰਦੀ ਹੋਈ ਥੱਲੇ ਇੱਕ ਜਾਰ ਦੇ ਵਿੱਚ ਇਕੱਠੀ ਹੁੰਦੀ ਸੀ। ਉਸ ਪਾਈਪ ਦੇ ਉੱਤੇ ਗਿੱਲਾ ਕੱਪੜਾ ਸੁੱਟ ਦਿੱਤਾ ਜਾਂਦਾ ਸੀ ਤਾਂ ਕਿ ਉਹ ਸਟੀਮ ਜਿਹੜੀ ਹੈ ਉਹ ਪਾਣੀ ਦਾ ਰੂਪ, ਭਾਵ ਕਿ ਸ਼ਰਾਬ ਦਾ ਰੂਪ ਇਖਤਿਆਰ ਕਰ ਦੇਵੇ। ਇਸ ਤਰ੍ਹਾਂ ਇਸ ਪੂਰੇ ਪ੍ਰੋਸੈਸ ਦੇ ਰਾਹੀਂ ਜਿਹੜੇ ਜੋਗੀ ਸਨ ਉਹ ਸ਼ਰਾਬ ਕੱਢਿਆ ਕਰਦੇ ਸਨ। ਅੱਜ ਵੀ ਜਦ ਤੁਸੀਂ ਝਾਰਖੰਡ ਜਾਂ ਹੋਰ ਪ੍ਰਜਾਤੀਆਂ ਦੇ ਵਿੱਚ, ਹੋਰ ਜਿਹੜੀਆਂ ਪ੍ਰਜਾਤੀਆਂ ਨੇ ਝਾਰਖੰਡ, ਉੜੀਸਾ ਦੇ ਵਿੱਚ ਤੁਸੀਂ ਵੇਖੋ ਤਾਂ ਇਹ ਜਿਹੜੀਆਂ ਪਿਛੜੀਆਂ ਹੋਈਆਂ ਜਾਤੀਆਂ ਨੇ ਅੱਜ ਵੀ ਇਸੇ ਤਰੀਕੇ ਦੇ ਨਾਲ ਉਹ ਸ਼ਰਾਬ ਕੱਢਦੀਆਂ ਨੇ। ਈਵਨ ਕਿ ਪੰਜਾਬ ਦੇ ਅੰਦਰ ਵੀ ਕੁਝ ਸਮਾਂ ਪਹਿਲੇ ਇਸੇ ਤਰ੍ਹਾਂ ਸ਼ਰਾਬ ਕੱਢੀ ਜਾਂਦੀ ਸੀ, ਅੱਜ ਵੀ ਕੱਢੀ ਜਾਂਦੀ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਸ ਪੂਰੇ ਕਨਸੈਪਟ ਨੂੰ, ਪੂਰੇ ਸਿਸਟਮ ਨੂੰ ਦੱਸਿਆ ਜਿਸ ਦੇ ਰਾਹੀਂ ਉਹ ਜੋਗੀ ਸ਼ਰਾਬ ਕੱਢਦੇ ਸਨ। ਔਰ ਇਸੇ ਸਿਸਟਮ ਨੂੰ ਦੇ ਤਹਿਤ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਇਆ ਵੀ। ਉਹਨਾਂ ਨੇ ਉਹਨਾਂ ਦੀ ਮਿਸਾਲ ਲੈ ਕੇ ਹੀ ਜੋਗੀਆਂ ਨੂੰ ਸਮਝਾਇਆ ਕਿ ਜਿੱਥੇ ਤੁਸੀਂ ਘੜਾ ਲੈਂਦੇ ਹੋ ਉੱਥੇ ਉਸ ਘੜੇ ਨੂੰ ਸਮਝੋ ਕਿ ਘੜਾ ਤੁਹਾਡਾ ਮਨ ਹੈ। ਮਨ ਨੂੰ, ਕਿਉਂਕਿ ਦੁਨਿਆਵੀ ਚੀਜ਼ ਨੂੰ ਲੈ ਕੇ ਗੁਰੂ ਪਾਤਸ਼ਾਹ ਨੇ ਅਧਿਆਤਮਿਕ ਚੀਜ਼ ਦੱਸੀ ਹੈ। ਬਾਣੀ ਦੇ ਅੰਦਰ ਅਸੀਂ ਜਦ ਪੜ੍ਹਦੇ ਹਾਂ ਕਈ ਥਾਵਾਂ ਤੇ ਦੁਨਿਆਵੀ ਚੀਜ਼ਾਂ ਨੂੰ ਕੰਪੇਅਰ ਕਰਕੇ ਅਧਿਆਤਮਿਕ ਗੱਲਾਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਤੇ ਗੁਰੂ ਪਾਤਸ਼ਾਹ ਨੇ ਇੱਥੇ ਵੀ ਇਹੀ ਗੱਲ ਕੀਤੀ।
ਉਹਨਾਂ ਦੇ ਕਨਸੈਪਟ ਨੂੰ ਲੈ ਕੇ ਹੀ ਉਹਨਾਂ ਨੂੰ ਸੱਚ ਦੇ ਰਾਹ ਉੱਤੇ ਤੋਰਿਆ। ਗੁਰੂ ਪਾਤਸ਼ਾਹ ਨੇ ਕਿਹਾ ਕਿ ਜਿਹੜਾ ਘੜਾ ਤੁਸੀਂ ਸ਼ਰਾਬ ਬਣਾਉਣ ਲਈ ਲੈਂਦੇ ਹੋ, ਸਮਝ ਲਓ ਮਨ ਤੁਹਾਡਾ ਘੜਾ ਹੈ ਤੇ ਉਸ ਘੜੇ ਦੇ ਵਿੱਚ ਤੁਸੀਂ ਪਾਣਾ ਕੀ ਹੈ। ਜਿਵੇਂ ਤੁਸੀਂ ਗੁੜ ਪਾ ਰਹੇ ਹੋ, ਮੁਹਾਏ ਦੇ ਫੁੱਲ ਪਾ ਰਹੇ ਹੋ, ਕਿਕਰਾਂ ਦੇ ਕਸ ਪਾ ਰਹੇ ਹੋ, ਉਸ ਘੜੇ ਦੇ ਵਿੱਚ, ਮਨ ਰੂਪੀ ਘੜੇ ਦੇ ਵਿੱਚ ਤੁਸੀਂ ਗਿਆਨ ਪਾਣਾ ਹੈ, ਗੁਰੂ ਦਾ ਨਾਮ ਪਾਣਾ ਹੈ। ਫਿਰ ਜਿਉਂ-ਜਿਉਂ ਤੁਸੀਂ ਉਸ ਨਾਮ ਨੂੰ ਜਪਦੇ ਹੋ, ਜਿਉਂ-ਜਿਉਂ ਤੁਸੀਂ ਆਪਣੀ ਸੁਰਤ ਪਰਮਾਤਮਾ ਦੇ ਨਾਮ ਨਾਲ ਜੋੜਦੇ ਹੋ, ਤਾਂ ਇੱਕ ਅੰਮ੍ਰਿਤ ਅੰਦਰੋਂ ਤੁਹਾਡੇ ਫੁੱਟਦਾ ਹੈ। ਉਹ ਅੰਮ੍ਰਿਤ ਫਿਰ ਤੁਹਾਡੇ ਸਰੀਰ ਦੇ ਸਾਰੇ ਕਿਆਰਿਆਂ ਨੂੰ ਪਵਿੱਤਰ ਕਰ ਦਿੰਦਾ ਹੈ। ਤੁਹਾਡੀਆਂ ਅੱਖਾਂ ਵੀ ਪਵਿੱਤਰ ਹੋ ਜਾਂਦੀਆਂ ਨੇ, ਤੁਹਾਡੇ ਨੱਕ ਵੀ, ਤੁਹਾਡਾ ਕੰਨ ਵੀ, ਤੁਹਾਡੇ ਹੱਥ ਵੀ, ਤੁਹਾਡੇ ਸਰੀਰ ਦਾ ਹਰ ਇੱਕ ਅੰਗ ਪਵਿੱਤਰ ਹੋ ਜਾਂਦਾ ਹੈ, ਤੁਹਾਡਾ ਜੀਵਨ ਪਵਿੱਤਰ ਹੋ ਜਾਂਦਾ ਹੈ। ਤੁਸੀਂ ਸ਼ਰਾਬ ਨਹੀਂ ਕੱਢਣੀ, ਬਲਕਿ ਇਸ ਤਰ੍ਹਾਂ ਆਪਣੇ ਜੀਵਨ ਨੂੰ ਬਣਾਓ ਜਿਸ ਦੇ ਨਾਲ ਤੁਹਾਡਾ ਸਰੀਰ ਜਿਹੜਾ ਹੈ ਉਹ ਅੰਮ੍ਰਿਤਮਈ ਹੋ ਜਾਵੇ ਔਰ ਤੁਹਾਡਾ ਜੀਵਨ ਵੀ ਜਿਹੜਾ ਹੈ ਉਹ ਅੰਮ੍ਰਿਤਮਈ ਹੋ ਜਾਵੇ। ਕਿਉਂਕਿ ਗੁਰਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਨੇ ਸਾਫ਼ ਸਾਨੂੰ ਕਹਿ ਦਿੱਤਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਤੇ ਪਾਹੀ ਜੀਓ। ਕਿ ਇਨਸਾਨ ਜ਼ਿੰਦਗੀ ਵਿੱਚ ਆਇਆ ਹੀ ਕਿਉਂ? ਇਹ ਜਿਹੜੀ ਜ਼ਿੰਦਗੀ ਹੈ, ਬੇਸ਼ਕੀਮਤੀ ਜ਼ਿੰਦਗੀ ਸਾਨੂੰ ਮਿਲੀ ਹੈ, ਇਹ ਮਿਲੀ ਕਿਉਂ? ਇਸ ਜ਼ਿੰਦਗੀ ਦਾ ਮਕਸਦ ਹੈ ਕਿ ਅਸੀਂ ਪਰਮਾਤਮਾ ਦੇ ਨਾਮ ਨਾਲ ਜੁੜਨਾ ਹੈ, ਅਸੀਂ ਪਰਮਾਤਮਾ ਦੇ ਨਾਮ ਦਾ ਰਸ ਲੈ ਕੇ ਇਸ ਸੰਸਾਰ ਅੰਦਰੋਂ ਜਾਣਾ ਹੈ। ਗੁਰੂ ਪਾਤਸ਼ਾਹ ਨੇ ਸਾਫ਼ ਕਿਹਾ ਕਿ ਤੁਸੀਂ ਆਏ ਹੀ ਅੰਮ੍ਰਿਤ ਦੇ ਵਪਾਰੀ ਬਣ ਕੇ ਇਸ ਸੰਸਾਰ ਅੰਦਰ ਹੋ। ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਛੂਛੈ ਭਾਉ ਧਰੈ। ਜੇਕਰ ਅੰਮ੍ਰਿਤ ਦਾ ਵਪਾਰੀ ਹੋਵੇ, ਅੰਮ੍ਰਿਤ ਲੈਣ ਵਾਸਤੇ ਸੰਸਾਰ ਅੰਦਰ ਆਇਆ ਹੋਵੇ, ਤਾਂ ਫਿਰ ਆਪਾਂ ਕਿਉਂ ਇਹਨਾਂ ਭੈੜਿਆਂ ਰਸਾਂ ਦੇ ਵਿੱਚ ਫਸ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਹਾਂ। ਇਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਨਸ਼ਿਆਂ ਤੋਂ ਸਮਾਜ ਨੂੰ ਵਰਜਿਆ। ਹੋਰ ਵੀ ਕਈ ਥਾਵਾਂ ਤੇ ਜਦ ਅਸੀਂ ਗੁਰਬਾਣੀ ਅੰਦਰ ਪੜ੍ਹਦੇ ਹਾਂ, ਬਹੁਤ ਸਾਰੀਆਂ ਥਾਵਾਂ ਤੇ ਸਾਨੂੰ ਨਸ਼ੇ ਰਹਿਤ ਸਮਾਜ ਦੀ ਜਿਹੜੀ ਝਲਕ ਹੈ ਉਹ ਦਿਖਾਈ ਦਿੰਦੀ ਹੈ। ਕਿਵੇਂ ਗੁਰੂ ਪਾਤਸ਼ਾਹ ਨੇ ਹਰ ਨਸ਼ੇ ਤੋਂ ਇਨਸਾਨ ਨੂੰ, ਮਨੁੱਖਤਾ ਨੂੰ ਵਰਜਿਆ। ਪਰ ਜਦ ਅਸੀਂ ਆਪਣੇ ਆਪ ਦੀ ਹਾਲਤ ਨੂੰ ਵੇਖਦੇ ਹਾਂ, ਅੱਜ ਸਮਾਜ ਦੀ ਹਾਲਤ ਨੂੰ ਵੇਖਦੇ ਹਾਂ, ਤਾਂ ਅੱਜ ਸਮਾਜ ਉਸੇ ਹੀ ਖੂਹ ਵਿੱਚ ਗਿਰਿਆ ਪਿਆ ਹੈ ਜਿਸ ਖੂਹ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ 6 ਸਦੀਆਂ ਪਹਿਲੇ ਕੱਢਿਆ ਸੀ। ਅੱਜ ਵੀ ਅਸੀਂ ਨਸ਼ਿਆਂ ਦੇ ਵਿੱਚ ਗਲਤਾਨ ਹਾਂ। ਅੱਜ ਨਸ਼ੇ ਸਾਡੇ ਘਰਾਂ ਦੀ ਦਹਲੀਜ਼ ਨੂੰ ਪਾਰ ਕਰਕੇ ਸਾਡੇ ਜੀਵਨ ਨੂੰ ਬਰਬਾਦ ਕਰ ਰਹੇ ਨੇ। ਅੱਜ ਨਸ਼ੇ ਸਾਡੀ ਜਵਾਨੀ ਨੂੰ ਖਤਮ ਕਰ ਚੁੱਕੇ ਨੇ। ਅੱਜ ਨਸ਼ਿਆਂ ਨੇ ਸਾਡੇ ਕਿਰਦਾਰ ਨੂੰ ਖਤਮ ਕਰ ਦਿੱਤਾ। ਅੱਜ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਆਪਣੇ ਜੀਵਨ ਦੇ ਅੰਦਰ ਨਹੀਂ ਅਪਣਾ ਸਕੇ। ਅਸੀਂ ਕਿਧਰੇ ਨਾ ਕਿਧਰੇ ਉਸ ਪਰਮਾਤਮਾ ਦੇ, ਉਸ ਰਹਿਬਰ ਦੇ, ਉਸ ਗੁਰੂ ਨਾਨਕ ਦੇ ਅਸੀਂ ਦੋਸ਼ੀ ਹਾਂ ਕਿ ਅਸੀਂ ਉਸ ਦੇ ਸਿਧਾਂਤ ਨੂੰ ਆਪਣੇ ਜੀਵਨ ਅੰਦਰ ਨਹੀਂ ਅਪਣਾ ਸਕੇ। ਅੱਜ ਜਿਤਨੇ ਵੀ ਸਾਡੇ ਘਰਾਂ ਦੇ ਵਿੱਚ ਫੰਕਸ਼ਨਸ ਹੋ ਰਹੇ ਨੇ, ਜਿਤਨੇ ਵੀ ਸਾਡੇ ਘਰਾਂ ਦੇ ਖੁਸ਼ੀ ਦੇ ਜਿਤਨੇ ਵੀ ਅਸੀਂ ਕਾਰਜ ਕਰ ਰਹੇ ਹਾਂ, ਉਸ ਦੇ ਵਿੱਚ ਸਾਡੇ ਘਰਾਂ ਦੇ ਅੰਦਰ ਨਸ਼ਾ ਵਰਤਿਆ ਜਾ ਰਿਹਾ ਹੈ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ, ਕਿਉਂਕਿ ਪੰਜਾਬ ਸਿੱਖਾਂ ਦਾ ਗੜ ਹੈ ਭਾਰਤ ਦੇ ਅੰਦਰ, ਤਾਂ ਅੱਜ ਪੰਜਾਬ ਦੀ ਹਾਲਤ ਕਿਸੇ ਤੋਂ ਛੁਪੀ ਨਹੀਂ ਹੈ। ਅੱਜ ਪੰਜਾਬ ਦੇ ਅੰਦਰ ਲਗਭਗ ਜਿਹੜੀਆਂ ਜ਼ਿਆਦਾ ਮੌਤਾਂ ਹੋ ਰਹੀਆਂ ਨੇ ਉਹ ਨਸ਼ਿਆਂ ਕਾਰਨ ਹੋ ਰਹੀਆਂ ਨੇ। ਅੱਜ ਪੰਜਾਬ ਜਿਹੜਾ ਹੈ ਉਹ ਨਸ਼ਿਆਂ ਦਾ ਕੇਂਦਰ ਬਣ ਚੁੱਕਿਆ ਹੈ, ਔਰ ਉਹ ਵੀ ਐਸੇ ਨਸ਼ੇ, ਮਾਰੂ ਨਸ਼ੇ, ਜਿਨ੍ਹਾਂ ਦੇ ਨਾਲ ਇਨਸਾਨ ਦੀ ਜ਼ਿੰਦਗੀ ਬਹੁਤ ਛੇਤੀ ਖਤਮ ਹੋ ਰਹੀ ਹੈ। ਅੱਜ ਦੇ ਹਾਲਾਤਾਂ ਨੂੰ ਵੇਖ ਕੇ ਕਿਸੇ ਸ਼ਾਇਰ ਨੇ ਲਿਖਿਆ ਹੈ, बड़े खतरे में है हुस्ने गुलिस्ता, हम ये कहते हैं अंदर तक आ चुकी हैं आग की लपटें, हम ये कहते हैं। सच विच अज अग दियां लपटां साडी दहलीज नूं पार कर चुकियां ने, जिन्हां दे विच साडी जवानी सड़ के सुआह हो चुकी है। अज साडे सुचेत नौजवान वीर बाहर नूं जा रहे ने। अज साडा एजुकेशन सिस्टम बिल्कुल डाउन जा रहा है। समाजिक पद्धर ते जेकर गिरावटां दी गल करिए तां बहुत कुछ आज समाज के अंदर वापर रहा है जो सानू नज़र भी आ रहा है। जेकर उन्हां हालातां नूं तुहाडे सामने रखना होवे तां शायद समा बहुत घट पै जावे, पर आपां हालातां नूं वेख के सिर्फ चुप नहीं बैठना, बल्कि हालातां नूं वेख के
ਉਸ ਦੇ ਸੋਲੂਸ਼ਨ ਦੇ ਉੱਤੇ ਆਪਾਂ ਵਿਚਾਰ ਕਰਨੀ ਹੈ ਕਿ ਸੋਲੂਸ਼ਨ ਕਿਵੇਂ ਲੱਭੇ ਜਾਣ। ਤਾਂ ਸੋਲੂਸ਼ਨ ਲੱਭਣ ਲਈ ਸਾਨੂੰ ਦੂਰ ਨਹੀਂ ਜਾਣਾ। ਜੋ ਗੁਰੂ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿੱਤੇ ਨੇ, ਜੋ ਸਾਨੂੰ ਨਵੇਕਲੀ ਵਿਚਾਰਧਾਰਾ ਦਿੱਤੀ, ਜੋ ਸਾਨੂੰ ਸੁਚੱਜੀ ਜੀਵਨ ਜਾਚ ਦਿੱਤੀ, ਆਪਾਂ ਸਿਰਫ ਉਸ ਨੂੰ ਆਪਣੇ ਜੀਵਨ ਦੇ ਅੰਦਰ ਅਪਣਾ ਲਈਏ, ਜਿਸ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਸੁਖੀ ਤਾਂ ਕਰ ਹੀ ਸਕਦੇ ਹਾਂ, ਇੱਕ ਐਸਾ ਸਮਾਜ ਵੀ ਸਿਰ ਸਕਦੇ ਹਾਂ ਜੋ ਕਿ ਚੰਗੀ ਲੀਹਾਂ ਉੱਤੇ ਤੁਰਨ ਵਾਲਾ ਹੋਵੇਗਾ। ਅੱਜ ਦੇ ਕਨਸੈਪਟ ਦੇ ਵਿੱਚ ਇਤਨਾ ਹੀ ਕਿ ਸਮਾਜਿਕ ਪੱਧਰ ਉੱਤੇ ਗੁਰੂ ਨਾਨਕ ਪਾਤਸ਼ਾਹ ਦੀ ਕੀ ਦੇਣ ਸਮਾਜ ਨੂੰ ਰਹੀ। ਅਗਲੇ ਕਨਸੈਪਟ ਦੇ ਵਿੱਚ ਜਾਣਾਂਗੇ ਕਿ ਰਾਜਨੀਤਿਕ ਪੱਧਰ ਉੱਤੇ ਗੁਰੂ ਪਾਤਸ਼ਾਹ ਨੇ ਕਿਸ ਤਰ੍ਹਾਂ ਦੀ ਵਿਚਾਰਧਾਰਾ ਸਮਾਜ ਨੂੰ ਦਿੱਤੀ, ਕਿਸ ਤਰ੍ਹਾਂ ਰਾਜਨੀਤੀ ਇਸ ਸਮਾਜ ਦੇ ਅੰਦਰ ਹੋਣੀ ਚਾਹੀਦੀ ਹੈ ਤੇ ਅੱਜ ਦੇ ਰਾਜਨੀਤਿਕ ਹਾਲਾਤ ਕੈਸੇ ਬਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।